ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਬੇਅੰਤ ਕੌਰ। ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਡਿਸਟ੍ਰਿਕਟ ਕਪੂਰਥਲਾ ਵਿੱਚ ਟੂਰਿਜ਼ਮ ਐਂਡ ਹੌਸਪਿਟੈਲਿਟੀ ਦੀ ਟ੍ਰੇਨਰ ਹਾਂ। ਮੇਰਾ ਅੱਜ ਦਾ ਟੌਪਿਕ ਹੈ ਕਾਸਟਿੰਗ, ਟੂਰ ਕਾਸਟਿੰਗ, ਯਾਨੀ ਕਿ ਇੱਕ ਟੂਰ ਦੀ ਕੀਮਤ। ਸਭ ਤੋਂ ਪਹਿਲਾਂ ਇੱਕ ਪੈਕੇਜ ਟੂਰ ਦੇ ਵਿੱਚ ਕੀ ਕੁਝ ਇਨਕਲੂਡ ਹੁੰਦਾ ਹੈ। ਇੱਕ ਪੈਕੇਜ ਟੂਰ ਉਹ ਹੁੰਦਾ ਹੈ ਜਿਸ ਵਿੱਚ ਕਿ ਸੈਲਾਨੀ ਦੇ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਲੈ ਕੇ ख़त्म ਕਰਨ ਦੇ ਵਿੱਚ ਜੋ ਸੇਵਾਵਾਂ ਜਾਂ ਜੋ ਪ੍ਰੋਡਕਟਸ ਉਹ ਯੂਜ਼ ਕਰਦਾ ਹੈ ਉਹ ਟੂਰ ਪੈਕੇਜ ਦਾ ਹਿੱਸਾ ਹੁੰਦੇ ਨੇ। ਇੱਕ ਟੂਰ ਪੈਕੇਜ ਦੇ ਹਿੱਸੇ ਹੁੰਦੇ ਨੇ ਜਿੱਦਾਂ ਆਵਾਜਾਈ, ਰਿਹਾਇਸ਼, ਸਾਈਟ ਸੀਇੰਗ ਵਗੈਰਾ, ਜਿਨ੍ਹਾਂ ਤੋਂ ਬਿਨਾਂ ਕਿ ਟੂਰ ਪੈਕੇਜ ਦਾ ਕੋਈ ਵਜੂਦ ਨਹੀਂ ਹੁੰਦਾ। ਹੁਣ ਇਹਨਾਂ ਸੇਵਾਵਾਂ ਜਾਂ ਇਹਨਾਂ ਪ੍ਰੋਡਕਟਸ ਦੀ ਇੱਕ ਕੀਮਤ ਹੁੰਦੀ ਹੈ ਜਿਸ ਨੂੰ ਕਿ ਟੂਰ ਕਾਸਟਿੰਗ ਕਿਹਾ ਜਾਂਦਾ ਹੈ, ਯਾਨੀ ਕਿ ਇੱਕ ਟੂਰ ਦੇ ਉੱਪਰ ਕਿੰਨੀ ਲਾਗਤ ਆਵੇਗੀ, ਇੱਕ ਟੂਰ ਦਾ ਕਿੰਨਾ ਮੁੱਲ ਹੋਵੇਗਾ, ਇਸ ਨੂੰ ਹੀ ਟੂਰ ਕਾਸਟਿੰਗ ਕਿਹਾ ਜਾਂਦਾ ਹੈ। ਇਸ ਕਾਸਟਿੰਗ ਦੇ ਵਿੱਚ ਇਨਕਲੂਡ ਹੁੰਦਾ ਆ ਏਅਰ ਟਰੈਵਲ, ਲੋਕਲ ਟਰਾਂਸਪੋਰਟੇਸ਼ਨ, ਅਕਾਮੋਡੇਸ਼ਨ ਤੇ ਹੋਰ ਵੀ ਸਾਈਟ ਸੀਇੰਗ ਐਕਸਪੈਂਸਿਸ, ਜੋ ਕਿ ਟੂਰਿਸਟ ਅਟਰੈਕਸ਼ਨਸ ਦੇਖਣ ਦੇ ਜੋ ਹੁੰਦੇ ਆ ਖਰਚੇ ਹੁੰਦੇ ਨੇ, ਉਹ ਟੂਰ ਕਾਸਟਿੰਗ ਦਾ ਹਿੱਸਾ ਹੁੰਦੇ ਨੇ। ਹਾਂਜੀ, ਟੂਰ ਕਾਸਟਿੰਗ ਪ੍ਰੋਸੈਸ ਦੇ ਵਿੱਚ ਕੀ ਕੁਝ ਸ਼ਾਮਲ ਹੁੰਦਾ ਆ। ਆਈਟਨਰੀ, ਜਿਸ ਨੂੰ ਕਿ ਇੱਕ ਟਰੈਵਲ ਪਲਾਨ ਵੀ ਕਹਿ ਸਕਦੇ ਹਾਂ। ਇਸ ਦੇ ਵਿੱਚ ਉਸ ਇੱਕ ਸੈਲਾਨੀ ਦੀ ਯਾਤਰਾ ਦਾ ਸਾਰਾ ਪਲਾਨ ਹੁੰਦਾ ਆ। ਉਹ ਕਿਸ ਦਿਨ ਆਪਣਾ ਟੂਰ ਸ਼ੁਰੂ ਕਰੇਗਾ, ਕਿੰਨੇ ਦਿਨ ਉੱਥੇ ਬਿਤਾਏਗਾ ਅਤੇ ਉਸ ਸਮੇਂ ਦੌਰਾਨ ਉਹ ਕੀ ਕੁਛ ਦੇਖੇਗਾ, ਉਹ ਕਿਸ ਹੋਟਲ ਦੇ ਵਿੱਚ ਰੁਕੇਗਾ ਔਰ ਕਿਸ ਟਾਈਪ ਦੇ ਜੋ ਮੀਲਸ ਵਗੈਰਾ, ਜਿਸ ਤਰ੍ਹਾਂ ਉਸਨੇ ਕਿਸ ਟਾਈਪ ਦਾ ਮੀਲ ਪਲਾਨ ਜੋ ਲਿਆ ਹੁੰਦਾ ਹੈ, ਉਹ ਸਾਰਾ ਇੱਕ ਟੂਰ ਪਲਾਨ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਹੁੰਦਾ ਹੈ ਏਅਰਲਾਈਨ ਸੀਟ ਜਾਂ ਰੇਲਵੇ ਸੀਟਸ। ਉਸ ਦਾ ਟਰਾਂਸਪੋਰਟੇਸ਼ਨ ਦਾ ਮੋਡ ਕਿੱਦਾਂ ਦਾ ਹੋਵੇਗਾ, ਯਾਨੀ ਕਿ ਉਹ ਹਵਾਈ ਆਵਾਜਾਈ ਕਰੇਗਾ ਜਾਂ ਕਿ ਰੇਲਵੇ ਜਾਂ ਰੋਡ ਟਰਾਂਸਪੋਰਟ ਰਾਹੀਂ ਯਾਤਰਾ ਕਰੇਗਾ। ਯਾਨੀ ਕਿ ਜੋ ਇੰਟਰਨੈਸ਼ਨਲ ਟੂਰਿਸਟ ਹੁੰਦਾ ਹੈ, ਜਿਸਨੇ ਕਿ ਇੱਕ ਦੇਸ਼ ਦੀਆਂ ਹੱਦਾਂ ਨੂੰ ਪਾਰ ਕਰਕੇ ਕਿਸੇ ਹੋਰ ਦੇਸ਼ ਵਿੱਚ ਜਾ ਕੇ ਉੱਥੋਂ ਦੇ ਟੂਰਿਸਟ ਅਟਰੈਕਸ਼ਨਸ ਦੇ ਉੱਪਰ ਘੁੰਮਣਾ ਹੁੰਦਾ ਹੈ, ਉੱਥੋਂ ਦੇ ਟੂਰਿਸਟ ਅਟਰੈਕਸ਼ਨਸ ਨੂੰ ਦੇਖਣਾ ਹੁੰਦਾ ਹੈ, ਉਸ ਲਈ ਏਅਰਲਾਈਨਸ ਹੀ ਬੈਸਟ ਚੋਇਸ ਹੁੰਦੀ ਹੈ, ਕਿਉਂਕਿ ਉਸ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੁੰਦੀ। ਇੱਕ ਹਵਾਈ ਯਾਤਰਾ ਰਾਹੀਂ ਹੀ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੀਆਂ ਸਰਹੱਦਾਂ ਦੇ ਵਿੱਚ ਜਾਇਆ ਜਾ ਸਕਦਾ ਹੈ। ਪਰ ਜੇ ਕੋਈ ਇਨਸਾਨ ਡੋਮੈਸਟਿਕ ਟੂਰਿਜ਼ਮ ਕਰਨਾ ਚਾਹੁੰਦਾ ਹੈ, ਡੋਮੈਸਟਿਕ ਟੂਰਿਜ਼ਮ ਹੁੰਦਾ ਹੈ ਰਾਸ਼ਟਰੀ ਸੈਰ ਸਪਾਟਾ, ਯਾਨੀ ਕਿ ਇੱਕ ਦੇਸ਼ ਦੇ ਅੰਦਰ ਇੱਕ ਦੇਸ਼ ਦੀਆਂ ਸਰਹੱਦਾਂ ਨੂੰ ਪਾਰ ਕੀਤੇ ਬਗੈਰ ਉਸ ਦੇਸ਼ ਵਿੱਚ ਜਿੰਨੀਆਂ ਵੀ ਦੇਖਣ ਲਾਇਕ ਥਾਵਾਂ ਹੁੰਦੀਆਂ ਨੇ, ਜੋ ਉਸ ਟੂਰਿਸਟ ਦੇ ਇੰਟਰਸਟ ਦੀਆਂ ਥਾਵਾਂ ਹੁੰਦੀਆਂ ਨੇ, ਕਿਸ ਟਾਈਪ ਦੀਆਂ ਥਾਵਾਂ ਉਹ ਦੇਖਣਾ ਚਾਹੁੰਦਾ ਹੈ। ਉਹ ਪਹਾੜਾਂ 'ਤੇ ਜਾਣਾ ਚਾਹੁੰਦਾ ਹੈ, ਉਹ ਬੀਚਸ ਜਾਣਾ ਚਾਹੁੰਦਾ ਹੈ, ਕਿਸੇ ਧਾਰਮਿਕ ਥਾਂ 'ਤੇ ਜਾਣਾ ਚਾਹੁੰਦਾ ਹੈ, ਕਿਸੇ ਕਲਚਰਲ ਜੋ ਕਹਿ ਸਕਦੇ ਹਾਂ ਆਪਾਂ ਸੱਭਿਆਚਾਰਕ ਇਮਾਰਤਾਂ ਨੂੰ ਦੇਖਣਾ ਚਾਹੁੰਦਾ ਹੈ। ਉਹ ਉਸ ਕਸਟਮਰ ਦੇ ਉੱਪਰ, ਉਸ ਕਲਾਇੰਟ ਉੱਪਰ ਨਿਰਭਰ ਕਰਦੀਆਂ ਨੇ ਕਿ ਉਹ ਕਿਸ ਟਾਈਪ ਦੇ, ਯਾਨੀ ਕਿ ਕਿਸ ਟਾਈਪ ਦਾ ਸੈਰ ਸਪਾਟਾ ਕਰਨਾ ਚਾਹੁੰਦਾ ਹੈ। ਤਾਂ ਡੋਮੈਸਟਿਕ ਟੂਰਿਜ਼ਮ ਦੇ ਵਿੱਚ ਏਅਰਲਾਈਨਸ ਦੀ ਜ਼ਰੂਰਤ ਨਹੀਂ ਪੈਂਦੀ। ਹਾਂ, ਏਅਰਲਾਈਨਸ ਆਪਾਂ ਯੂਜ਼ ਕਰ ਸਕਦੇ ਹਾਂ ਅਗਰ ਕਸਟਮਰ ਰਿਚ ਹੋਵੇ ਜਾਂ ਉਸਦਾ ਜੋ ਬਜਟ ਜ਼ਿਆਦਾ ਹੁੰਦਾ ਹੈ, ਤਾਂ ਉਹ ਏਅਰਲਾਈਨਸ ਰਾਹੀਂ ਵੀ ਦੇਸ਼ ਦੇ ਵਿੱਚ ਇੱਕ ਸਟੇਟ ਤੋਂ ਦੂਜੇ ਸਟੇਟ ਤੱਕ ਜਾ ਸਕਦਾ ਹੈ। ਬਟ ਅਗਰ ਮਿਡਲ ਕਲਾਸ ਟੂਰਿਸਟ ਹੁੰਦਾ ਹੈ ਤਾਂ ਉਸ ਲਈ ਰੇਲਵੇ ਜਾਂ ਰੋਡ ਟਰਾਂਸਪੋਰਟੇਸ਼ਨ ਹੀ ਬੈਸਟ ਚੋਇਸ ਹੁੰਦੀ ਹੈ। ਉਸ ਤੋਂ ਇਲਾਵਾ ਹੋਟਲਸ ਅਤੇ ਮੀਲਸ, ਹਰ ਤਰ੍ਹਾਂ ਦੇ ਟੂਰਿਸਟ ਨੂੰ, ਚਾਹੇ ਉਹ ਡੋਮੈਸਟਿਕ ਟੂਰਿਸਟ ਹੋਵੇ ਜਾਂ ਇੰਟਰਨੈਸ਼ਨਲ ਟੂਰਿਸਟ ਹੋਵੇ, ਉਸ ਨੂੰ ਰਹਿਣ ਲਈ ਇੱਕ ਰਿਹਾਇਸ਼ ਲਈ ਕਮਰਾ ਅਤੇ ਖਾਣ ਲਈ ਭੋਜਨ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਇੱਕ ਪੈਕੇਜ ਟੂਰ ਦਾ ਬਹੁਤ ਹੀ ਇੰਪੋਰਟੈਂਟ ਹਿੱਸਾ ਹੁੰਦੀ ਹੈ। ਅਕੋਮੋਡੇਸ਼ਨ ਅਤੇ ਮੀਲ, ਯਾਨੀ ਕਿ ਟੂਰ ਕਾਸਟਿੰਗ ਦੇ ਵਿੱਚ ਹੋਟਲਸ ਐਂਡ ਮੀਲਸ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ। ਉਸ ਤੋਂ ਇਲਾਵਾ ਕੁਝ ਗਰਾਊਂਡ ਅਰੇਂਜਮੈਂਟਸ ਹੁੰਦੇ ਨੇ ਜਿਨ੍ਹਾਂ ਦੀ ਕਿ ਆਪਾਂ ਅੱਗੇ ਜਾ ਕੇ ਵਿਸਤਾਰ ਨਾਲ ਵਿਆਖਿਆ ਕਰਾਂਗੇ। ਹਾਂਜੀ, ਕੰਪੋਨੈਂਟਸ ਆਫ ਟੂਰ ਕਾਸਟ। ਇੱਕ ਟੂਰ ਦੀ ਕੀਮਤ ਦੇ ਕੀ ਤੱਤ ਹੁੰਦੇ ਨੇ। ਸਭ ਤੋਂ ਪਹਿਲਾਂ ਹੋਟਲਸ, ਜੋ ਤੁਹਾਨੂੰ ਹੁਣੇ ਦੱਸਿਆ ਕਿ ਹੋਟਲ ਇੱਕ ਰਿਹਾਇਸ਼ ਹੁੰਦੀ ਹੈ। ਹਰ ਤਰ੍ਹਾਂ ਦੇ ਟੂਰਿਸਟ ਨੂੰ ਇੱਕ ਰਿਹਾਇਸ਼ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ। ਉਸ ਤੋਂ ਇਲਾਵਾ ਮੀਲ, ਯਾਨੀ ਕਿ ਭੋਜਨ। ਏਅਰਲਾਈਨਸ, ਹਵਾਈ ਆਵਾਜਾਈ। ਰੇਲਵੇਜ਼, ਯਾਨੀ ਕਿ ਰੇਲ ਆਵਾਜਾਈ ਆਪਾਂ ਕਹਿ ਸਕਦੇ ਹਾਂ ਜਿਸ ਨੂੰ। ਰੋਡ ਟਰਾਂਸਪੋਰਟ, ਸੜਕ ਆਵਾਜਾਈ। ਕਰੂਜ਼, ਸਮੁੰਦਰੀ ਆਵਾਜਾਈ। ਲੋਕਲ ਗਾਈਡ ਜਾਂ ਐਸਕੋਰਟਸ।
ਲੋਕਲ ਗਾਈਡ ਕੀ ਹੁੰਦਾ ਹੈ, ਜਿਸ ਜਗ੍ਹਾ 'ਤੇ ਆਪਾਂ ਘੁੰਮਣ ਲਈ ਜਾਵਾਂਗੇ ਉੱਥੋਂ ਦਾ ਇੱਕ ਲੋਕਲ ਗਾਈਡ ਹੁੰਦਾ ਹੈ, ਜੋ ਕਿ ਇੱਕ ਟਰੈਵਲ ਏਜੰਟ ਨੇ ਜਾਂ ਟਰੈਵਲ ਏਜੰਸੀ ਨੇ ਉਹ ਹਾਇਰ ਕੀਤਾ ਹੁੰਦਾ ਹੈ। ਉਹ ਲੋਕਲ ਗਾਈਡ ਆਪਾਂ ਨੂੰ ਗਾਈਡ ਕਰਦਾ ਹੈ ਪੂਰੇ ਟੂਰ ਦੌਰਾਨ, ਕਿਉਂਕਿ ਉਸ ਲੋਕਲ ਬੰਦੇ ਨੂੰ ਉਸ ਜਗ੍ਹਾ ਦੀਆਂ ਟੂਰਿਸਟ ਅਟਰੈਕਸ਼ਨਸ ਦੀ ਜੋ ਕਿ ਫੁੱਲ ਨੌਲੇਜ ਹੁੰਦੀ ਹੈ। ਤਾਂ ਉਹ ਆਪਾਂ ਨੂੰ ਇੱਕ ਟੂਰਿਸਟ ਡੈਸਟੀਨੇਸ਼ਨ 'ਤੇ ਜਿੱਥੇ ਆਪਾਂ ਜਾਣਾ ਚਾਹੁੰਦੇ ਹਾਂ ਲੈ ਕੇ ਜਾਵੇਗਾ, ਅਤੇ ਉੱਥੋਂ ਦੇ ਜਾਣੀ ਕਿ ਆਪਾਂ ਨੂੰ ਕਲਚਰ ਬਾਰੇ ਜਾਂ ਉੱਥੋਂ ਦੇ ਆਪਾਂ ਕਹਿ ਸਕਦੇ ਹਾਂ ਭੂਗੋਲਿਕ ਜੋ ਉੱਥੋਂ ਦੀ ਵਾਤਾਵਰਨ ਹੈ ਉਸ ਬਾਰੇ ਆਪਾਂ ਨੂੰ ਜਾਣਕਾਰੀ ਦਿੰਦਾ ਹੈ। ਲੋਕਲ ਟੂਰਿਸਟ ਜੋ ਲੋਕਲ ਗਾਈਡ ਹੁੰਦਾ ਹੈ ਉਸ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ ਕਿਸੇ ਵੀ ਟੂਰ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ, ਕਿਉਂਕਿ ਇੱਕ ਲੋਕਲ ਗਾਈਡ ਹੀ ਸਾਨੂੰ ਉਸ ਥਾਂ ਬਾਰੇ ਚੰਗੀ ਤਰ੍ਹਾਂ ਦੱਸ ਸਕਦਾ ਹੈ ਜਾਂ ਸਾਨੂੰ ਉਸ ਥਾਂ ਬਾਰੇ ਚੰਗੀ ਤਰ੍ਹਾਂ ਘੁਮਾ ਸਕਦਾ ਹੈ ਉਸ ਟੂਰਿਸਟ ਡੈਸਟੀਨੇਸ਼ਨਸ 'ਤੇ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ। ਉਸ ਤੋਂ ਇਲਾਵਾ ਹੁੰਦਾ ਹੈ ਮਿਸਲੇਨੀਅਸ ਹੁੰਦੀਆਂ ਕੁਝ ਹੋਰ ਮਤਲਬ ਕਹਿ ਸਕਦੇ ਹਾਂ ਆਪਾਂ ਜ਼ਰੂਰਤਾਂ, ਜੋ ਇੱਕ ਜਿਨ੍ਹਾਂ ਦਾ ਇੱਕ ਸਪੈਸ਼ਲ ਇੱਕ ਗਰੁੱਪ ਨਹੀਂ ਹੁੰਦਾ, ਜੋ ਇੱਕ ਮਿਲੀਆਂ ਜੁਲੀਆਂ ਸੇਵਾਵਾਂ ਕਹਿ ਸਕਦੇ ਹਾਂ ਆਪਾਂ ਮਿਸਲੇਨੀਅਸ ਨੂੰ। ਹਾਂਜੀ, ਹੋਟਲਸ ਬਹੁਤ ਤਰ੍ਹਾਂ ਦੇ ਹੁੰਦੇ ਨੇ, ਜੋ 1 ਸਟਾਰ ਤੋਂ ਲੈ ਕੇ 5 ਸਟਾਰ ਜਾਂ 7 ਸਟਾਰ ਤੱਕ ਹੋਟਲਸ ਹੁੰਦੇ ਨੇ। ਜਿੱਦਾਂ ਜਿੱਦਾਂ ਇਹਨਾਂ ਦੇ ਸਟਾਰ ਵੱਧਦੇ ਜਾਂਦੇ ਨੇ ਉੱਦਾਂ ਹੀ ਇਹਨਾਂ ਵਿੱਚੋਂ ਫੈਸਿਲਿਟੀਜ਼ ਹੁੰਦੀਆਂ ਨੇ ਹੋਟਲਸ ਦੇ ਵਿੱਚ ਉਹ ਵੱਧਦੀਆਂ ਜਾਂਦੀਆਂ ਨੇ। ਟਾਈਪਸ ਆਫ ਰੂਮਸ, ਬਹੁਤ ਤਰ੍ਹਾਂ ਦੇ ਰੂਮਸ ਹੁੰਦੇ ਨੇ ਇੱਕ ਹੋਟਲ ਦੇ ਵਿੱਚ। ਸਿੰਗਲ ਰੂਮ, ਡਬਲ ਰੂਮ, ਟਵਿਨ ਰੂਮ, ਟ੍ਰਿਪਲ ਰੂਮ ਔਰ ਸੂਟ ਹੁੰਦੇ ਨੇ। ਜੋ ਸੂਟ ਹੁੰਦੇ ਨੇ ਇਹ ਕਾਫੀ ਵੱਡੇ ਰੂਮ ਹੁੰਦੇ ਨੇ, ਕਾਫੀ ਐਕਸਪੈਂਸਿਵ ਹੁੰਦੇ ਨੇ। ਇਸ ਵਿੱਚ ਕਿੰਗ ਸਾਈਜ਼ਡ ਬੈੱਡ ਜਾਂ ਕੁਈਨ ਸਾਈਜ਼ਡ ਬੈੱਡ ਹੁੰਦੇ ਨੇ। ਹੁਣ ਇਹ ਇੱਕ ਟੂਰਿਸਟ 'ਤੇ ਨਿਰਭਰ ਕਰਦਾ ਹੈ ਕਿ ਕਿਸ ਟਾਈਪ ਦਾ ਰੂਮ ਲੈਣਾ ਪਸੰਦ ਕਰਦਾ ਹੈ। ਜਿੱਦਾਂ ਉਸਨੇ ਆਪਣਾ ਕਿੰਨਾ ਬਜਟ ਬਣਾਇਆ ਹੁੰਦਾ ਹੈ ਉਸ ਬਜਟ ਦੇ ਅਕੋਰਡਿੰਗ ਹੀ ਉਹ ਰੂਮ ਲੈਂਦਾ ਹੈ। ਹਾਂਜੀ, ਟੈਰਿਫ ਪਲਾਨਸ ਕੀ ਹੁੰਦੇ ਨੇ, ਇੱਕ ਡਿਸਕਾਊਂਟ ਹੁੰਦਾ ਹੈ ਜੋ ਮਤਲਬ ਉਹ ਆਪਾਂ ਅੱਗੇ ਚੱਲ ਕੇ ਇਹਨੂੰ ਵਿਸਤਾਰ ਨਾਲ ਦੇਖਾਂਗੇ ਵੀ ਇਹ ਕੀ ਹੁੰਦੇ ਨੇ। ਉਸ ਤੋਂ ਇਲਾਵਾ ਐਕਸਟਰਾ ਬੈਡ ਚਾਰਜਸ ਹੁੰਦੇ ਨੇ, ਟੈਕਸਿਸ ਹੁੰਦੇ ਨੇ ਔਰ ਮੀਲਸ ਵਗੈਰਾ। ਹਾਂਜੀ, ਰੂਮ ਟੈਰਿਫ। ਹੁਣ ਇੱਕ ਰੂਮ ਟੈਰਿਫ ਕੀ ਹੁੰਦਾ ਹੈ, ਇੱਕ ਉਹਨਾਂ ਨੇ ਆਪਣੀ ਇੱਕ ਕੀਮਤ ਰੱਖੀ ਹੁੰਦੀ ਹੈ। ਮੋਸਟਲੀ ਜਿਹੜੇ ਹੋਟਲਸ ਸ਼ਹਿਰ ਤੋਂ ਬਾਹਰ ਹੁੰਦੇ ਨੇ, ਯਾਨੀ ਕਿ ਸ਼ਹਿਰ ਤੋਂ ਬਾਹਰ ਲੋਕੇਟਡ ਹੁੰਦੇ ਨੇ, ਆਊਟਸਾਈਡ ਸਿਟੀ ਤੋਂ, ਉਹਨਾਂ ਦੇ ਵਿੱਚ ਜੋ ਰੂਮਸ ਦੀ ਕਿਰਾਇਆ ਹੁੰਦਾ, ਰੂਮਸ ਦਾ ਰੈਂਟ ਹੁੰਦਾ ਹੈ ਨਾ, ਉਹ ਉਹਨਾਂ ਹੋਟਲਸ ਤੋਂ ਘੱਟ ਹੁੰਦਾ ਨੇ ਜੋ ਹੋਟਲ ਸ਼ਹਿਰ ਦੇ ਵਿੱਚ ਹੁੰਦੇ ਨੇ। ਇਹਨਾਂ ਨੇ ਆਪਣੇ ਕਿਉਂਕਿ ਇਹ ਹੋਟਲਸ ਇੱਦਾਂ ਦੇ ਹੁੰਦੇ ਨੇ ਜਿੱਥੇ ਕਹਿ ਸਕਦੇ ਹਾਂ ਕਿ ਘੱਟ ਟੂਰਿਸਟ ਸਟੇ ਕਰਦੇ ਨੇ, ਤਾਂ ਇਸ ਕਰਕੇ ਜੋ ਇਹਨਾਂ ਦਾ ਆਪਣਾ ਕਿਰਾਇਆ ਹੁੰਦਾ, ਰੈਂਟ ਹੁੰਦਾ ਹੈ, ਦੂਸਰੇ ਹੋਟਲਸ ਤੋਂ ਘੱਟ ਰੱਖਿਆ ਹੁੰਦਾ ਹੈ ਤਾਂ ਕਿ ਇਹ ਵੱਧ ਤੋਂ ਵੱਧ ਟੂਰਿਸਟ ਨੂੰ ਆਪਣੇ ਹੋਟਲ ਵੱਲ ਯਾਨੀ ਕਿ ਆਕਰਸ਼ਿਤ ਕਰ ਸਕਣ। ਹੁਣ ਇੱਕ ਜੋ ਰੂਮ ਟੈਰਿਫ ਆ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਮਾਲਕ ਨੂੰ ਯਾਨੀ ਕਿ ਆਪਣੇ ਹੋਟਲ ਦੇ ਮਾਲਕ ਨੂੰ ਆਮਦਨ ਕਮਾ ਕੇ ਦੇ ਸਕੇ, ਕਿਉਂਕਿ ਜ਼ਿਆਦਾਤਰ ਜਿਹੜੇ ਹੋਟਲਾਂ ਦੇ ਵਿੱਚ ਰੂਮ ਟੈਰਿਫ ਘੱਟ ਹੁੰਦਾ ਆ ਉੱਥੇ ਉਹ ਜੋ ਹੋਟਲ ਦੇ ਸਾਰੇ ਜੋ ਐਕਸਪੈਂਸਿਸ ਹੁੰਦੇ ਨੇ, ਖਰਚੇ ਹੁੰਦੇ ਨੇ, ਉਹਨਾਂ ਨੂੰ ਕਵਰ ਨਹੀਂ ਕਰ ਸਕਦਾ। ਅਤੇ ਜੇ ਜ਼ਿਆਦਾ ਹਾਈ ਹੁੰਦਾ ਹੈ ਤਾਂ ਫਿਰ ਕਸਟਮਰ ਲਾਈਕ ਨਹੀਂ ਕਰਦੇ। ਸੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਰੂਮ ਟੈਰਿਫ, ਤਾਂ ਕਿ ਇੱਕ ਮਤਲਬ ਆਮਦਨ ਹੋ ਸਕੇ ਉਸ ਹੋਟਲ ਤੋਂ, ਉਸਦੇ ਯਾਨੀ ਕਿ ਹੋਟਲ ਦੇ ਮਾਲਕ ਨੂੰ। ਹਾਂਜੀ, ਦੇਖੋ ਜਿੱਦਾਂ ਇੱਕ ਸੀਜ਼ਨਲ ਟੈਰਿਫ ਹੁੰਦਾ, ਇੱਕ ਆਫ ਸੀਜ਼ਨ ਦੇ ਵਿੱਚ ਜਿਹੜਾ ਡਬਲ ਰੂਮ ਆਪਾਂ ਨੂੰ 999 ਰੁਪਏ ਦੇ ਵਿੱਚ ਮਿਲ ਰਿਹਾ ਸੀ, ਆਫ ਸੀਜ਼ਨ ਦੇ ਵਿੱਚ ਉਹੀ 750 ਰੁਪਏ ਦਾ ਹੋ ਜਾਂਦਾ ਆ। ਇਸ ਤਰ੍ਹਾਂ ਡੀਲੈਕਸ ਰੂਮ ਜੋ 1500 ਰੁਪਏ ਵਿੱਚ ਮਿਲ ਰਿਹਾ ਸੀ ਉਹ 1100 ਰੁਪਏ ਦੇ ਵਿੱਚ ਹੋ ਜਾਂਦਾ ਹੈ ਆਫ ਸੀਜ਼ਨ ਦੇ ਵਿੱਚ। ਰੂਮ ਸੇਮ ਹੁੰਦਾ ਹੈ, ਫੈਸਿਲਿਟੀਜ਼ ਵੀ ਸੇਮ ਹੁੰਦੀਆਂ ਨੇ, ਸਰਵਿਸਿਜ਼ ਵੀ ਸੇਮ ਹੁੰਦੀਆਂ ਨੇ, ਬਸ ਉਹ ਇੱਕ ਆਫ ਸੀਜ਼ਨ ਦੇ ਵਿੱਚ ਯਾਨੀ ਕਿ ਇਹਨੂੰ ਡਿਸਕਾਊਂਟ ਦੇ ਦਿੰਦੇ ਨੇ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਹੋਟਲ ਟੈਰਿਫ ਪਲਾਨਸ ਹੁੰਦੇ ਨੇ, ਸੀਜ਼ਨਲ, ਰੈਗੂਲਰ, ਸੀਜ਼ਨ, ਆਫ ਸੀਜ਼ਨ, ਵੀਕਐਂਡ 'ਤੇ। ਹਾਂਜੀ, ਵੀਕਐਂਡ 'ਤੇ ਜਿੱਦਾਂ ਕਈ ਹੋਟਲਸ ਦੇ ਵਿੱਚ ਕੀ ਹੁੰਦਾ ਹੈ, ਵੀਕਐਂਡ ਉੱਪਰ ਉਸ ਹੋਟਲ ਦੀਆਂ ਸਾਰੀਆਂ ਫੈਸਿਲਿਟੀਜ਼ ਜਾਂ ਸਾਰੀਆਂ ਸਰਵਿਸਿਜ਼ ਸਸਤੀਆਂ ਹੋ ਜਾਂਦੀਆਂ ਨੇ ਆਮ ਦਿਨਾਂ ਤੋਂ। ਇੱਕ ਵੀਕ ਦੇ ਬਾਕੀ ਦਿਨ ਜੋ ਮਤਲਬ ਉਹਨਾਂ ਦਾ ਰੂਮ ਦਾ ਕਿਰਾਇਆ ਹੁੰਦਾ ਹੈ ਜਾਂ ਉਹਨਾਂ ਦੀਆਂ ਹੋਟਲ ਦੇ ਵਿੱਚ ਬਾਕੀ ਸਰਵਿਸਿਜ਼ ਜੋ ਹੁੰਦੀਆਂ ਨੇ ਉਹਨਾਂ ਨਾਲੋਂ ਘੱਟ ਰੇਟ 'ਤੇ ਉਹ ਯਾਨੀ ਕਿ ਵੀਕਐਂਡ ਦੇ ਵਿੱਚ ਉਹਨਾਂ ਦਾ ਰੇਟ ਘੱਟ ਹੁੰਦਾ ਹੈ, ਕਿਉਂਕਿ ਜ਼ਿਆਦਾਤਰ ਵੀਕਐਂਡ 'ਤੇ ਟੂਰਿਸਟ ਆਉਂਦੇ ਨੇ ਹੈ ਨਾ, ਜੋ
ਹਫਤੇ ਦੇ ਬਾਕੀ ਦਿਨ ਉਹ ਸ਼ਾਇਦ ਆਪਣੇ ਉਹ ਰੈਗੂਲਰ ਆਪਣੀ ਰੂਟੀਨ ਦੇ ਵਿੱਚ ਜਾਂ ਆਪਣੇ ਹੈ ਨਾ ਰੈਗੂਲਰ ਜਾਂ ਵਰਕ ਹੁੰਦਾ ਉਹਨਾਂ ਉਸ ਵਿੱਚ ਬਿਜੀ ਹੁੰਦੇ ਨੇ, ਅਤੇ ਫਿਰ ਉਹ ਵੀਕਐਂਡ ਦੇ ਵਿੱਚ ਕਿਸੇ ਖਾਸ ਜਗ੍ਹਾ 'ਤੇ ਘੁੰਮਣਾ ਪਸੰਦ ਕਰਦੇ ਨੇ। ਇਸ ਲਈ ਉਹਨਾਂ ਉਸ ਟਾਈਪ ਦੇ ਕਲਾਇੰਟਸ ਲਈ, ਕਸਟਮਰਸ ਲਈ, ਯਾਨੀ ਕਿ ਖਾਸ ਗਰੁੱਪ ਲਈ ਹੈ ਨਾ, ਤਾਂ ਇੱਕ ਉਹਨਾਂ ਨੇ ਡਿਸਕਾਊਂਟ ਦਿੱਤਾ ਹੁੰਦਾ ਹੈ। ਰੂਮ ਟੈਰਿਫ ਦਾ ਮਤਲਬ ਇਹ ਹੁੰਦਾ ਹੈ ਕੋਈ ਡਿਸਕਾਊਂਟ ਦੇਣਾ ਹੈ ਨਾ, ਵੱਖ-ਵੱਖ ਤਰ੍ਹਾਂ ਦੇ ਗਰੁੱਪਸ ਨੂੰ ਇੱਕ ਡਿਸਕਾਊਂਟ ਦੇਣਾ। ਹਰ ਤਰ੍ਹਾਂ ਦੇ ਗਰੁੱਪ ਸ਼ਾਮਿਲ ਹੁੰਦੇ ਨੇ ਇਸ ਦੇ ਵਿੱਚ, ਯਾਨੀ ਕਿ ਨੌਜਵਾਨ ਵੀ ਔਰ ਬਜ਼ੁਰਗ ਵੀ ਔਰ ਬੱਚੇ ਵੀ। ਇਸ ਤਰ੍ਹਾਂ ਅੱਡ ਅੱਡ ਗਰੁੱਪਸ ਦੇ ਏਜ ਗਰੁੱਪਸ ਦੇ ਅਕੋਰਡਿੰਗ ਉਹਨਾਂ ਨੇ ਵੱਖ ਵੱਖਰੇ ਯਾਨੀ ਕਿ ਵੱਖਰੇ ਵੱਖਰੇ ਇੱਕ ਰੂਮ ਟੈਰਿਫ ਪਲਾਨਸ ਬਣਾਏ ਹੁੰਦੇ ਨੇ। ਹਾਂਜੀ, ਹੋਟਲਸ। ਇੱਕ ਹੋਟਲ ਦੇ ਵਿੱਚ ਕਿੰਨੇ ਰੂਮ ਆ, ਕਿੰਨੇ ਰੂਮ ਦੀ ਮੌਜੂਦਗੀ ਆ, ਉਸ ਤੋਂ ਇਲਾਵਾ ਐਗਜ਼ੈਕਟ ਨੰਬਰ ਆਫ ਪੀਪਲਸ, ਇੱਕ ਰੂਮ ਇੱਕ ਹੋਟਲ ਦੇ ਵਿੱਚ ਕਿੰਨੇ ਲੋਕ ਐਡਜਸਟ ਕਰ ਸਕਦੇ ਨੇ, ਜਾਂ ਇੱਕ ਰੂਮ ਦੇ ਵਿੱਚ ਉਹਨਾਂ ਦੇ ਰੂਮਸ ਇਸ ਹਿਸਾਬ ਨਾਲ ਪਲਾਨ ਕੀਤੇ ਹੋਏ ਹੁੰਦੇ ਨੇ ਵੀ ਇੱਕ ਟਾਈਮ ਲਈ ਉਹ ਕਿੰਨੇ ਲੋਕਾਂ ਨੂੰ ਆਪਣੇ ਰੂਮਸ ਦੇ ਵਿੱਚ ਰੱਖ ਸਕਦੇ ਨੇ। ਉਸ ਤੋਂ ਇਲਾਵਾ ਚੇਨਸ ਹੁੰਦੀਆਂ ਹੋਟਲਸ ਦੀਆਂ, ਜਿੱਦਾਂ ਓਬਰਾਏ ਹੋਟਲ, ਤਾਜ ਹੋਟਲ, ਇਹ ਮੁੰਬਈ ਵੀ ਨੇ ਅਤੇ ਇਹ ਦੇਸ਼ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਹੋਟਲਸ ਦੀਆਂ ਚੇਨਸ ਖੁੱਲ੍ਹੀਆਂ ਹੋਈਆਂ ਨੇ, ਯਾਨੀ ਕਿ ਇੱਕੋ ਨਾਂ ਦੇ ਕਈ ਹੋਟਲ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੱਕੋ ਹੀ ਕੰਪਨੀ ਦੇ ਅੰਡਰ ਚੱਲ ਰਹੇ ਹੁੰਦੇ ਨੇ। ਹਾਂਜੀ, ਰੈਗੂਲਰ ਕੰਟੈਕਟ ਐਂਡ ਗੁੱਡ ਰਿਲੇਸ਼ਨਸ਼ਿਪ, ਆਪਣੇ ਕਸਟਮਰਸ ਨਾਲ ਹੋਟਲ ਨੂੰ ਯਾਨੀ ਕਿ ਇੱਕ ਰਿਲੇਸ਼ਨਸ਼ਿਪ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੁੰਦੀ ਨੇ, ਕਿਉਂਕਿ ਇੱਕ ਸੈਟਿਸਫਾਈ ਕਸਟਮਰ ਹੀ ਦੁਬਾਰਾ ਉਸ ਜਗ੍ਹਾ ਉੱਪਰ, ਉਸ ਹੋਟਲ ਉੱਪਰ ਫਿਰ ਤੋਂ ਸਰਵਿਸਿਜ਼ ਲੈਣ ਲਈ ਆਉਂਦਾ ਹੈ, ਔਰ ਇੱਕ ਸੈਟਿਸਫਾਈ ਕਸਟਮਰ ਹੀ 10 ਅੱਗੇ ਜਾ ਕੇ 10 ਹੋਰ ਲੋਕਾਂ ਨੂੰ ਉਸ ਹੋਟਲ ਦੀ ਖਾਸੀਅਤ ਬਾਰੇ ਦੱਸਦਾ ਹੈ, ਤਾਂ 10 ਹੋਰ ਲੋਕ ਵੀ ਯਾਨੀ ਕਿ ਉਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਉਸ ਹੋਟਲ ਦੇ ਵਿੱਚ ਕਦੇ ਨਾ ਕਦੇ ਜ਼ਰੂਰ ਜਾਂਦੇ ਨੇ ਉੱਥੋਂ ਦੀਆਂ ਸਰਵਿਸਿਜ਼ ਲੈਣ ਲਈ। ਇਸ ਕਰਕੇ ਕਸਟਮਰ ਨਾਲ ਜਿਹੜੇ ਗੁੱਡ ਰਿਲੇਸ਼ਨਸ਼ਿਪ ਹੁੰਦੇ ਨੇ, ਚੰਗੇ ਰਿਸ਼ਤੇ ਬਣਾਉਣਾ ਹੋਟਲਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਆਪਣੀ ਰੈਵਨਿਊ ਨੂੰ ਇਨਕਰੀਜ਼ ਕਰਨ ਲਈ। ਇਸ ਤੋਂ ਇਲਾਵਾ ਐਕਸਟਰਾ ਬੈੱਡ ਹੁੰਦੇ ਨੇ ਜੋ ਜਿਨ੍ਹਾਂ ਦੀ ਕੀਮਤ ਹੁੰਦੀ ਹੈ ਜ਼ਿਆਦਾ ਹੁੰਦੀ ਹੈ, ਮਤਲਬ ਇੱਕ ਰੂਮ ਇੱਕ ਹੋਟਲ ਦੇ ਵਿੱਚ ਆਪਾਂ ਨੂੰ ਹਰ ਟਾਈਪ ਦਾ ਰੂਮ ਮਿਲ ਜਾਏਗਾ, ਮਿਡਲ ਕਲਾਸ ਲਈ ਵੀ, ਅਤੇ ਅਗਰ ਕੋਈ ਜਿੱਦਾਂ ਰਿਚ ਪੀਪਲ ਹੁੰਦੇ ਨੇ ਉਹਨਾਂ ਲਈ ਵੀ ਵੱਖ-ਵੱਖ ਤਰ੍ਹਾਂ ਦੇ ਯਾਨੀ ਕਿ ਰੂਮ ਪਲਾਨਸ ਹੁੰਦੇ ਨੇ, ਜਾਂ ਯਾਨੀ ਕਿ ਹੋਟਲ ਰੂਮਸ ਦੀਆਂ ਕੀਮਤਾਂ ਹੁੰਦੀਆਂ ਨੇ। ਹਾਂਜੀ, ਮੀਲਸ। ਖਾਣਾ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੁੰਦਾ ਹੈ ਹਰ ਇੱਕ ਟੂਰ ਪੈਕੇਜ ਦਾ, ਕਿਉਂਕਿ ਇਸ ਤੋਂ ਇਲਾਵਾ ਯਾਨੀ ਕਿ ਖਾਣੇ ਤੋਂ ਇਲਾਵਾ ਅਗਰ ਸੈਲਾਨੀ ਕਿਸੇ ਵੀ ਦੇਸ਼ ਵਿੱਚ ਚਲਾ ਜਾਵੇ ਉਸਨੂੰ ਖਾਣੇ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ, ਔਰ ਹੋਟਲਸ ਵਾਲਿਆਂ ਨੇ ਆਪਣੇ ਖਾਣੇ ਦੇ ਸੰਬੰਧਿਤ ਆਪਣੇ ਵੱਖ-ਵੱਖ ਪਲਾਨਸ ਬਣਾਏ ਹੁੰਦੇ ਨੇ, ਜਿਨ੍ਹਾਂ ਨੂੰ ਕਿ ਉਹਨਾਂ ਨੇ ਇੱਕ ਸ਼ਾਰਟ ਫਾਰਮ ਦੇ ਵਿੱਚ ਇੱਕ ਨਾਮ ਦਿੱਤਾ ਹੁੰਦਾ ਹੈ। ਜਿਸ ਤਰ੍ਹਾਂ ਉਹ ਕਹਿੰਦੇ ਨੇ CP ਦਾ ਮਤਲਬ ਹੁੰਦਾ ਹੈ ਕੰਟੀਨੈਂਟਲ ਪਲਾਨ। ਇਸ ਪਲਾਨ ਦੇ ਅੰਡਰ ਅਗਰ ਕੋਈ ਰੂਮ ਲੈਂਦਾ ਹੈ ਤਾਂ ਉਸਨੂੰ ਰੂਮ ਤਾਂ ਮਿਲੇਗਾ ਹੀ ਮਿਲੇਗਾ, ਉਸ ਦੇ ਨਾਲ ਸੁਬਾਹ ਦਾ ਨਾਸ਼ਤਾ ਵੀ ਮਿਲੇਗਾ, ਯਾਨੀ ਕਿ ਰੂਮ ਦੇ ਨਾਲ ਸੁਬਾਹ ਦਾ ਨਾਸ਼ਤਾ ਫ੍ਰੀ ਹੁੰਦਾ ਹੈ ਉਸ ਰੂਮ ਦੇ ਵਿੱਚ, ਯਾਨੀ ਕਿ CP ਪਲਾਨ ਦੇ ਵਿੱਚ। ਉਸ ਤੋਂ ਇਲਾਵਾ ਹੁੰਦਾ ਹੈ MAP, ਯਾਨੀ ਕਿ ਮੋਡੀਫਾਈ ਅਮੈਰੀਕਨ ਪਲਾਨ। ਇਸ ਪਲਾਨ ਦੇ ਵਿੱਚ ਰੂਮ ਤਾਂ ਮਿਲੇਗਾ ਹੀ ਮਿਲੇਗਾ, ਰੂਮ ਦੇ ਨਾਲ ਬ੍ਰੇਕਫਾਸਟ ਵੀ ਮਿਲੇਗਾ, ਔਰ ਬ੍ਰੇਕਫਾਸਟ ਦੇ ਨਾਲ ਇੱਕ ਟਾਈਮ ਦਾ ਹੋਰ ਖਾਣਾ ਵੀ ਆਪਾਂ ਲੈ ਸਕਦੇ ਹਾਂ। ਅਗਰ ਕੋਈ ਚਾਹੇ ਤਾਂ ਬ੍ਰੇਕਫਾਸਟ ਦੇ ਨਾਲ ਲੰਚ ਵੀ ਲੈ ਸਕਦਾ ਹੈ, ਔਰ ਅਗਰ ਕੋਈ ਟੂਰਿਸਟ ਲੰਚ ਬਾਹਰ ਜਾ ਕੇ ਕਰਨਾ ਚਾਹੁੰਦਾ ਹੈ ਤਾਂ ਉਹ ਫਿਰ ਸ਼ਾਮ ਨੂੰ ਰਾਤ ਨੂੰ ਆ ਕੇ ਡਿਨਰ ਲੈ ਸਕਦਾ ਹੈ। ਇਸ ਤਰ੍ਹਾਂ ਹੀ ਅਮੈਰੀਕਨ ਪਲਾਨ, ਜਿਸ ਨੂੰ ਕਿ AP ਬੋਲਦੇ ਨੇ, AP ਦੇ ਵਿੱਚ ਕੀ ਹੁੰਦਾ ਹੈ, ਰੂਮ ਵੀ ਮਿਲਦਾ ਹੈ ਤੁਹਾਨੂੰ, ਔਰ ਤਿੰਨੋਂ ਟਾਈਮ ਦਾ ਤੁਹਾਨੂੰ ਜੋ ਕਿ ਖਾਣਾ ਵੀ ਮਿਲਦਾ ਹੈ। ਤੁਸੀਂ ਬ੍ਰੇਕਫਾਸਟ ਵੀ ਕਰ ਸਕਦੇ ਹੋ, ਲੰਚ ਵੀ ਕਰ ਸਕਦੇ ਹੋ, ਡਿਨਰ ਵੀ ਕਰ ਸਕਦੇ ਹੋ, ਯਾਨੀ ਕਿ ਰੂਮ ਦੇ ਕਿਰਾਏ ਦੇ ਵਿੱਚ ਇਨਕਲੂਡ ਹੁੰਦਾ ਹੈ ਤੁਹਾਡਾ 3 ਟਾਈਮ ਦਾ ਖਾਣਾ। ਅੱਛਾ ਜੀ, ਯੂਰਪੀਅਨ ਪਲਾਨ, ਇਹ ਸਭ ਤੋਂ ਸਸਤਾ ਪਲਾਨ ਹੁੰਦਾ ਹੈ। ਇਹਦੇ ਵਿੱਚ ਸਿਰਫ ਆਪਾਂ ਨੂੰ ਇਕੱਲਾ ਰੂਮ ਮਿਲੇਗਾ, ਯਾਨੀ ਕਿ ਆਪਾਂ ਨੂੰ ਖਾਣਾ ਜੋ ਹੈ ਬਾਹਰੋਂ ਖਾਣਾ ਪਵੇਗਾ, ਔਰ ਅਗਰ ਆਪਾਂ ਹੋਟਲ ਦੇ ਵਿੱਚ ਖਾਣਾ ਚਾਹੁੰਦੇ ਵੀ ਆ ਖਾਣਾ ਤਾਂ ਆਪਾਂ ਨੂੰ ਉਹਦੇ ਲਈ ਐਕਸਟਰਾ ਜੋ ਹੈ ਚਾਰਜਸ ਐਕਸਟਰਾ ਪੇ ਕਰਨਾ ਪਵੇਗਾ ਆਪਾਂ ਨੂੰ, ਯਾਨੀ ਕਿ ਆਪਾਂ ਨੂੰ ਰੂਮ ਦੇ ਕਿਰਾਏ ਦੇ ਵਿੱਚ ਇਨਕਲੂਡ ਨਹੀਂ ਹੁੰਦਾ ਉਹ ਖਾਣਾ। ਔਰ ਜ਼ਿਆਦਾਤਰ ਜੋ ਟਰੈਵਲ ਏਜੰਟਸ ਹੁੰਦੇ ਨੇ ਨਾ, ਉਹ ਜਿੱਦਾਂ ਸਾਈਟ ਸੀਇੰਗ ਦਿਖਾਉਂਦੇ ਨੇ ਆਪਣੇ ਟੂਰ ਪੈਕੇਜ ਦੇ ਵਿੱਚ, ਸਾਈਟ ਸੀਇੰਗ ਯਾਨੀ ਕਿ ਟੂਰਿਸਟ ਡੈਸਟੀਨੇਸ਼ਨਾਂ ਨੂੰ ਦਿਖਾਉਣਾ ਹੈ ਨਾ ਕਲਾਇੰਟਸ ਨੂੰ, ਅਤੇ ਉਹਦੇ ਵਿੱਚ ਕੀ ਆ, ਉਹ ਲੰਚ ਨੂੰ ਇਨਕਲੂਡ ਨਹੀਂ ਕਰਦੇ, ਯਾਨੀ ਕਿ ਲੰਚ ਕਸਟਮਰ ਨੂੰ, ਕਲਾਇੰਟ ਨੂੰ, ਗੈਸਟ ਨੂੰ ਆਪਣਾ ਖੁਦ ਬਾਹਰੋਂ ਹੀ ਕਰਨਾ ਪੈਂਦਾ ਹੈ। ਉਹ ਯਾਨੀ ਕਿ ਇੱਕ ਟੂਰ ਪੈਕੇਜ ਦਾ ਹਿੱਸਾ ਨਹੀਂ ਹੁੰਦਾ ਆਪਾਂ ਕਹਿ ਸਕਦੇ ਹਾਂ ਨਾ। ਪਰ ਇਹ ਜੋ ਹੁੰਦਾ ਹੈ ਨਾ ਮੀਲ ਪਲਾਨਸ ਜਾਂ ਹੋਟਲ ਰੂਮਸ ਕੁਛ ਵੀ ਕਹਿ ਲਓ, ਇਹ ਇੱਕ ਕਸਟਮਰ ਦੇ, ਇੱਕ ਕਲਾਇੰਟ ਦੇ, ਯਾਨੀ ਕਿ ਇੱਕ ਜੋ ਸੈਲਾਨੀ ਟੂਰਿਸਟ ਹੁੰਦਾ ਹੈ ਇਹਦੇ ਆਪਣੇ ਹੀ ਹੱਥ ਵਿੱਚ ਹੁੰਦੇ ਹਨ ਕਿ ਉਹ ਕਿੰਨਾ ਪੈਸਾ ਲਾ ਸਕਦਾ ਹੈ ਆਪਣੇ ਟੂਰ ਪੈਕੇਜ ਦੇ ਵਿੱਚ, ਕਿਉਂਕਿ ਇੱਕ ਟੂਰ ਪੈਕੇਜ ਬਣਿਆ ਬਣਾਇਆ ਵੀ ਹੁੰਦਾ ਹੈ ਅਤੇ ਖੁਦ ਵੀ ਬਣਾਇਆ ਜਾਂਦਾ ਹੈ। ਬਣੇ ਬਣਾਏ ਟੂਰ ਪੈਕੇਜ ਦੇ ਵਿੱਚ ਕੋਈ ਚੇਂਜਸ ਨਹੀਂ ਹੁੰਦੀਆਂ,
ਉਸ ਦੇ ਵਿੱਚ ਜਿੱਦਾਂ ਸ਼ਰਤਾਂ ਹੁੰਦੀਆਂ ਨੇ ਇਨਸਾਨ ਨੂੰ ਮਤਲਬ ਕਲਾਇੰਟ ਨੂੰ ਉੱਦਾਂ ਹੀ ਮੰਨਣੀਆਂ ਪੈਂਦੀਆਂ ਨੇ। ਔਰ ਜੋ ਇੱਕ ਹੁੰਦਾ ਆ ਖੁਦ ਬਣਾਇਆ ਪੈਕੇਜ, ਜ਼ਿਆਦਾਤਰ ਲੋਕ ਨਾ ਖੁਦ ਪੈਕੇਜ ਬਣਵਾਉਣਾ ਪਸੰਦ ਕਰਦੇ ਨੇ ਆਪਣੀ ਪਸੰਦ ਦਾ, ਕਿਉਂਕਿ ਉਹ ਆਪਣੇ ਅਕੋਰਡਿੰਗ ਯਾਨੀ ਕਿ ਆਪਣੀ ਪੋਕਟ ਦੇ ਅਕੋਰਡਿੰਗ ਕਿੰਨਾ ਖਰਚ ਕਰ ਸਕਦੇ ਨੇ, ਉਸ ਅਕੋਰਡਿੰਗ ਉਹ ਟੂਰ ਪੈਕੇਜ ਬਣਵਾ ਲੈਂਦੇ ਨੇ। ਉਹਨਾਂ ਨੂੰ ਕਿਸ ਟਾਈਮ ਦਾ ਰੂਮ ਚਾਹੀਦਾ ਹੈ ਜਾਂ ਕਿਸ ਟਾਈਪ ਦੇ ਉਹ ਮੀਲ ਪਲਾਨ ਲੈਣਾ ਚਾਹੁੰਦੇ ਨੇ, ਕਿੰਨੇ ਦਿਨਾਂ ਦਾ ਟੂਰ ਬਣਵਾਉਣਾ ਚਾਹੁੰਦੇ ਨੇ, ਹੈ ਨਾ। ਤਾਂ ਜੋ ਟਰਾਂਸਪੋਰਟੇਸ਼ਨ ਹੁੰਦਾ ਹੈ ਉਹ ਕਿਸ ਟਰਾਂਸਪੋਰਟੇਸ਼ਨ 'ਤੇ ਜਾਣਾ ਚਾਹੁੰਦੇ ਨੇ, ਉਹ ਆਪਦੇ ਅਕੋਰਡਿੰਗ ਬਣਾ ਸਕਦੇ ਨੇ। ਜਿੱਦਾਂ ਇੱਕ ਹੁੰਦੇ ਨੇ ਨਾ ਚੁਆਇਸੀ ਕਸਟਮਰ, ਇੱਕ ਚੁਆਇਸ ਹੁੰਦੀ ਹੈ ਉਹਨਾਂ ਦੀ ਵੀ ਬਸ ਸਾਨੂੰ ਇਹੀ ਚੀਜ਼ ਚਾਹੀਦੀ ਹੈ ਨਾ, ਇਹ ਤੋਂ ਵੱਧ ਅਸੀਂ ਅਫੋਰਡ ਨਹੀਂ ਕਰ ਸਕਦੇ, ਜ਼ਿਆਦਾ ਪੈਸਾ ਨਹੀਂ ਲਾ ਸਕਦੇ, ਤਾਂ ਫਿਰ ਉਹ ਉਸ ਟਾਈਪ ਦਾ ਪੈਕੇਜ ਟਰੈਵਲ ਏਜੰਟ ਨੂੰ ਕਹਿ ਕੇ ਬਣਵਾ ਲੈਂਦੇ ਨੇ। ਇੱਕ ਹੁੰਦੇ ਨੇ ਇੱਦਾਂ ਦੇ ਕਸਟਮਰ ਜੋ ਯਾਨੀ ਕਿ ਕਹਿ ਸਕਦੇ ਉਹਨਾਂ ਨੂੰ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਤਾਂ ਫਿਰ ਉਹ ਯਾਨੀ ਕਿ ਅਗਰ ਉਹ ਡੋਮੈਸਟਿਕ ਟੂਰ ਵੀ ਕਰਨਾ ਚਾਹੁੰਦੇ ਨੇ ਨਾ, ਤਾਂ ਡੋਮੈਸਟਿਕ ਟੂਰ ਦੇ ਵਿੱਚ ਵੀ ਉਹ ਯਾਨੀ ਕਿ ਏਅਰਲਾਈਨਸ ਲੈਣਾ ਪਸੰਦ ਕਰਦੇ ਨੇ, 5 ਸਟਾਰ ਹੋਟਲ ਬੁੱਕ ਕਰਨਾ ਪਸੰਦ ਕਰਦੇ ਨੇ, ਉੱਥੋਂ ਵਧੀਆ ਰੂਮ ਉਹਦੇ ਵਿੱਚ ਲੈਣਾ ਪਸੰਦ ਕਰਦੇ ਨੇ, ਔਰ ਜੋ ਹੁੰਦਾ ਹੈ ਪਲਾਨ ਹੁੰਦਾ ਹੈ ਮੀਲ ਪਲਾਨ, ਉਹ ਵੀ ਉਹ ਬੈਸਟ ਲੈਣਾ ਹੀ ਪਸੰਦ ਕਰਦੇ ਨੇ। ਯਾਨੀ ਕਿ ਅਗਰ ਉਹਨਾਂ ਨੂੰ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਆ, ਤਾਂ ਫਿਰ ਉਹ ਯਾਨੀ ਕਿ ਇੱਕ ਐਕਸਪੈਂਸਿਵ ਟੂਰ ਪੈਕੇਜ, ਇੱਕ ਮਹਿੰਗਾ ਟੂਰ ਪੈਕੇਜ ਟਰੈਵਲ ਏਜੰਟ ਤੋਂ ਤਿਆਰ ਕਰਵਾਉਂਦੇ ਨੇ। ਹਾਂਜੀ, ਇੱਦਾਂ ਹੀ ਏਅਰਲਾਈਨਸ ਅਤੇ ਰੇਲਵੇ, ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਗਰ ਆਪਾਂ ਆਪਣੇ ਦੇਸ਼ ਤੋਂ ਹੱਦਾਂ ਨੂੰ ਪਾਰ ਕਰਕੇ ਕਿਸੇ ਹੋਰ ਦੇਸ਼ ਦੇ ਵਿੱਚ ਯਾਤਰਾ ਕਰਨੀ ਚਾਹੁੰਦੇ ਹਾਂ, ਤਾਂ ਆਪਾਂ ਨੂੰ ਏਅਰਲਾਈਨਸ ਹੀ ਲੈਣੀ ਪਵੇਗੀ, ਆਪਣੇ ਕੋਲ ਹੋਰ ਦੂਸਰਾ ਕੋਈ ਆਪਸ਼ਨ ਨਹੀਂ ਹੁੰਦਾ ਆ। ਹਾਂ, ਸ਼ਿਪ ਮਤਲਬ ਹੁੰਦਾ ਆ, ਕਹਿ ਸਕਦੇ ਹਾਂ ਆਪਾਂ ਉਸਨੂੰ ਸ਼ਿਪ ਕਰੂਜ਼ ਵਗੈਰਾ 'ਤੇ ਆਪਾਂ ਜਾ ਸਕਦੇ ਹਾਂ, ਹੈ ਨਾ। ਪਰ ਉਹ ਕਾਫੀ ਸਲੋ ਮੋਡ ਹੁੰਦਾ ਹੈ ਟਰਾਂਸਪੋਰਟ ਦਾ, ਜਦੋਂ ਕਰੂਜ਼ ਹੁੰਦਾ ਨਾ ਕਾਫੀ ਸਲੋ ਮੋਡ ਹੁੰਦਾ ਹੈ ਟਰਾਂਸਪੋਰਟ ਦਾ, ਔਰ ਜ਼ਿਆਦਾਤਰ ਲੋਕ ਏਅਰਲਾਈਨਸ ਰਾਹੀਂ ਹੀ ਪ੍ਰੈਫਰ ਕਰਦੇ ਨੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣਾ। ਔਰ ਜੋ ਰੇਲਵੇਜ਼ ਹੁੰਦੀਆਂ, ਰੇਲਵੇਜ਼ ਦੇ ਵਿੱਚ ਇਹ ਖਾਸੀਅਤ ਹੁੰਦੀ ਹੈ ਰੇਲ ਟਰਾਂਸਪੋਰਟ ਦੀ, ਯਾਨੀ ਕਿ ਇਹ ਖਾਸੀਅਤ ਹੁੰਦੀ ਹੈ ਰੇਲਵੇ ਟੂਰਿਜ਼ਮ ਦੀ ਵੀ ਉਹ ਪੂਰੇ ਆਲ ਇੰਡੀਆ ਦੇ ਵਿੱਚ ਜਾਂ ਪੂਰੇ ਇੱਕ ਦੇਸ਼ ਦੇ ਵਿੱਚ ਅਗਰ ਕੋਈ ਇੱਕ ਆਪਣੇ ਦੇਸ਼ ਦੇ ਵਿੱਚ ਹੀ ਘੁੰਮਣਾ ਚਾਹਵੇ, ਤਾਂ ਉਸ ਲਈ ਉਹ ਰੇਲਵੇ ਵੀ ਬੈਸਟ ਹੁੰਦੀ ਹੈ। ਇਹ ਯਾਨੀ ਕਿ ਕਹਿ ਸਕਦੇ ਆਪਾਂ ਘੱਟ ਐਕਸਪੈਂਸਿਵ ਟੂਰ ਪੈਕੇਜ ਬਣਦਾ ਹੈ, ਜ਼ਿਆਦਾ ਖਰਚਾ ਵੀ ਨਹੀਂ ਆਉਂਦਾ, ਔਰ ਇੱਕ ਮਿਡਲ ਕਲਾਸ ਲਈ ਆਪਾਂ ਕਹਿ ਸਕਦੇ ਹਾਂ ਬੈਸਟ ਹੁੰਦਾ ਹੈ ਅਗਰ ਉਹ ਰੇਲ 'ਤੇ ਜਾਂ ਰੋਡ ਟਰਾਂਸਪੋਰਟ ਵੀ ਆਪਾਂ ਕਹਿ ਸਕਦੇ ਹਾਂ, ਉਸ ਯਾਨੀ ਕਿ ਸੜਕ ਆਵਾਜਾਈ ਰਾਹੀਂ ਵੀ ਯਾਤਰਾ ਕਰਨੀ ਚਾਹੇ ਤਾਂ। ਅੱਛਾ, ਇੱਕ ਟਰੈਵਲ ਏਜੰਟਸ ਹੁੰਦੇ ਆ, ਉਹਨਾਂ ਨੂੰ ਨਾ ਨੌਲੇਜ ਹੋਣੀ ਚਾਹੀਦੀ ਆ ਹਰ ਤਰ੍ਹਾਂ ਦੇ ਏਅਰਫੇਅਰਸ ਦੀ, ਯਾਨੀ ਕਿ ਏਅਰਫੇਅਰ ਯਾਨੀ ਕਿ ਆਵਾਜਾਈ ਦਾ ਕਿਰਾਇਆ, ਜੋ ਕਿ ਹਵਾਈ ਆਵਾਜਾਈ ਦਾ ਕਿਰਾਇਆ, ਯਾਨੀ ਕਿ ਕਿੰਨੀ ਟਿਕਟ ਕਿਸ ਦੇਸ਼ ਦੀ ਜਿਹੜੀ ਕਿ ਏਅਰਲਾਈਨਸ ਆ ਉਹ ਕਿੰਨੀ ਟਿਕਟ ਲੈ ਰਹੀ ਆ, ਤਾਂ ਕਿਸ ਦੇਸ਼ ਦੀ। ਇੱਕ ਅਗਰ ਆਪਾਂ ਸਿੱਧੀ ਆਪਣਾ ਖੁਦ ਟਿਕਟ ਕਰਵਾਉਣੀ ਆ ਤਾਂ ਸ਼ਾਇਦ ਆਪਾਂ ਨੂੰ ਮਹਿੰਗੀ ਪਵੇਗੀ, ਅਗਰ ਆਪਾਂ ਟਰੈਵਲ ਏਜੰਟ ਦੇ ਥਰੂ ਕਰਾਵਾਂਗੇ ਟਿਕਟ ਤਾਂ ਉਹਨਾਂ ਦਾ ਜੋ ਕਿ ਹੁੰਦਾ ਆ ਕਮਿਸ਼ਨ ਵੀ ਕੀਤਾ ਹੁੰਦਾ ਆ, ਔਰ ਉਹ ਆਪਾਂ ਨੂੰ ਸਸਤੀ ਵੀ ਪਵੇਗੀ ਆਪਾਂ ਅਗਰ ਖੁਦ ਆਪਣੀ ਏਅਰਲਾਈਨ ਦੀ ਟਿਕਟ ਕਰਵਾਉਣੀ ਆ ਉਸ ਦੇ ਅਕੋਰਡਿੰਗ। ਉਸ ਤੋਂ ਇਲਾਵਾ ਜੋ ਇੰਡੀਅਨ ਰੇਲਵੇਜ਼ ਹੁੰਦੀਆਂ ਉਹ ਅਲਾਓ ਕਰਦੇ ਨੇ 90 ਡੇਜ਼ ਪਹਿਲਾਂ 90 ਦਿਨ ਪਹਿਲਾਂ ਟਿਕਟਿੰਗ ਨੂੰ ਵੀ ਉਹ ਅਲਾਓ ਕਰ ਦਿੰਦੇ ਨੇ, ਯਾਨੀ ਕਿ 3 ਮਹੀਨੇ ਪਹਿਲਾਂ ਵੀ ਆਪਾਂ ਟਿਕਟ ਬੁੱਕ ਕਰਵਾ ਸਕਦੇ ਹਾਂ। ਹਾਂਜੀ, ਔਰ ਟਰੈਵਲ ਏਜੰਟਸ ਨੂੰ ਯਾਨੀ ਕਿ ਫੈਮੀਲੀਅਰ ਹੋਣਾ ਚਾਹੀਦਾ ਹੈ ਟ੍ਰੇਨ ਦੇ ਨੇਮਸ ਨਾਲ, ਰੂਟ ਨਾਲ, ਅਤੇ ਉਹਨਾਂ ਦੇ ਸ਼ਡਿਊਲ, ਅਤੇ ਉਹਨਾਂ ਦਾ ਜੋ ਕਿਰਾਇਆ ਹੈ ਨਾ, ਫੇਅਰ ਕਿੰਨਾ ਗਾ ਕਿਸ ਟ੍ਰੇਨ ਦਾ, ਹੈ ਨਾ, ਇਹ ਚੀਜ਼ ਨਾਲ ਵੀ ਉਹਨਾਂ ਨੂੰ ਯਾਨੀ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ, ਨੌਲੇਜ ਹੋਣੀ ਚਾਹੀਦੀ ਹੈ ਵੀ ਕਿਸ ਸਟੇਟ ਵਿੱਚ ਕਿਹੜੀਆਂ ਟ੍ਰੇਨਾਂ ਚੱਲਦੀਆਂ ਨੇ, ਅਤੇ ਉਹਨਾਂ ਦੇ ਰੂਟ ਕਿੱਦਾਂ ਦੇ ਨੇ, ਉਹਨਾਂ ਦਾ ਕਿੱਦਾਂ ਕੀ ਸ਼ਡਿਊਲ ਆ, ਔਰ ਕਿੱਦਾਂ ਕੀ ਉਹਨਾਂ ਦਾ ਕਿਰਾਇਆ ਵਾ। ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਟਰੈਵਲ ਏਜੰਟ ਲਈ ਜਾਣਕਾਰੀ ਰੱਖਣਾ ਇਸ ਚੀਜ਼ ਦੀ, ਕਿਉਂਕਿ ਟੂਰ ਕਾਸਟਿੰਗ ਦਾ ਬਹੁਤ ਹੀ ਵੱਡਾ ਹਿੱਸਾ ਹੁੰਦਾ ਆ ਏਅਰਲਾਈਨਸ ਅਤੇ ਰੇਲਵੇ। ਹਾਂਜੀ, ਰੋਡ ਟਰਾਂਸਪੋਰਟ, ਜਿੱਦਾਂ ਪਹਿਲਾਂ ਵੀ ਕਿਹਾ ਇਹ ਹਵਾਈ ਆਵਾਜਾਈ, ਸੜਕ ਆਵਾਜਾਈ। ਰੋਡ ਟਰਾਂਸਪੋਰਟ ਵਿੱਚ ਕੀ ਹੁੰਦਾ ਆ, ਬੱਸਿਸ ਵਗੈਰਾ, ਕਾਰਸ ਵਗੈਰਾ, ਕੈਬਸ ਵਗੈਰਾ। ਜਿੱਦਾਂ ਇਸ ਟਰਾਂਸਪੋਰਟ ਦੀ ਜ਼ਰੂਰਤ ਜੋ ਪੈਂਦੀ ਹੈ ਜ਼ਿਆਦਾਤਰ ਉਹ ਕਿ ਡੋਮੈਸਟਿਕ ਕਸਟਮਰ ਲਈ ਬਣਿਆ ਹੋਇਆ, ਇਹ ਡੋਮੈਸਟਿਕ ਜੋ ਹੁੰਦੇ ਨੇ ਡੋਮੈਸਟਿਕ ਟੂਰਿਜ਼ਮ ਲਈ ਹੀ ਬੈਸਟ ਪਾਰਟ ਹੁੰਦਾ ਹੈ ਰੋਡ ਟਰਾਂਸਪੋਰਟ ਦਾ। ਇੱਕ ਦੇਸ਼ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਘੁੰਮਣਾ, ਉਸ ਲਈ ਯਾਨੀ ਕਿ ਬੱਸਿਸ ਕਿਰਾਏ 'ਤੇ ਕਰਵਾ ਲੈਂਦੇ ਨੇ ਟਰੈਵਲ ਏਜੰਟ, ਤਾਂ ਆਪਣੇ ਸਾਰੇ ਜੋ ਜਿੰਨੇ ਵੀ ਉਹਨਾਂ ਦੇ ਕਲਾਇੰਟਸ ਹੁੰਦੇ ਨੇ ਉਹਨਾਂ ਨੂੰ ਉਸ ਉੱਪਰ ਬਿਠਾ ਕੇ ਉਹ ਉਸ ਸਟੇਟ ਦੇ ਵਿੱਚ ਲੈ ਕੇ ਜਾਂਦੇ ਨੇ ਜਿੱਥੇ ਕਿ ਲੋਕ ਜਾਣਾ ਚਾਹੁੰਦੇ ਨੇ। ਮੰਨ ਕੇ ਚੱਲੋ ਅਗਰ ਪੰਜਾਬ ਦੇ ਕਿਸੇ ਸ਼ਹਿਰ ਤੋਂ ਇੱਕ ਮਤਲਬ ਟੂਰਿਸਟ ਦਾ ਇੱਕ ਗਰੁੱਪ ਹੈ ਨਾ
ਜੰਮੂ ਕਸ਼ਮੀਰ ਜਾਣਾ ਚਾਹੁੰਦਾ ਹੈ ਜਾਂ ਸ਼੍ਰੀਨਗਰ ਜਾਂ ਕੁੱਲੂ ਮਨਾਲੀ ਕੁਫਰੀ ਕਿਸੇ ਵੀ ਹਿੱਲ ਸਟੇਸ਼ਨ 'ਤੇ ਜਾਣਾ ਚਾਹੁੰਦਾ ਹੈ ਘੁੰਮਣ ਲਈ, ਤਾਂ ਉਹ ਟਰੈਵਲ ਏਜੰਟ ਕੀ ਕਰੇਗਾ, ਇੱਕ ਬੱਸ ਨੂੰ ਕਿਰਾਏ 'ਤੇ ਲਵੇਗਾ, ਕਿਉਂਕਿ ਟਰੈਵਲ ਏਜੰਸੀ ਦਾ ਖੁਦ ਵੀ ਬੱਸਿਸ ਹੁੰਦੀਆਂ ਨੇ, ਤਾਂ ਉਹਨਾਂ ਨੂੰ ਕਿਰਾਏ 'ਤੇ ਲਵੇਗਾ ਅਤੇ ਉਸ ਬੱਸ ਉੱਪਰ ਸਾਰੇ ਟੂਰਿਸਟਾਂ ਨੂੰ ਜਿੱਦਾਂ ਕੈਰੀ ਕਰਕੇ। ਤਾਂ ਇਸ ਜਿਹੜੀ ਕਿ ਇਸ ਮੋਡ ਆਫ ਟਰਾਂਸਪੋਰਟੇਸ਼ਨ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਆਪਾਂ ਨੂੰ ਘਰ ਤੋਂ ਹੀ ਪਿਕ ਕਰਦੇ ਨੇ ਅਤੇ ਘਰ ਦੇ ਕੋਲ ਹੀ ਛੱਡ ਕੇ ਜਾਂਦੇ ਨੇ। ਇਸ ਲਈ ਆਪਾਂ ਨੂੰ ਕਿਸੇ ਵੀ ਰੇਲਵੇ ਸਟੇਸ਼ਨ ਜਾਂ ਕਿਸੇ ਵੀ ਮੰਨ ਕੇ ਚੱਲੋ ਏਅਰਪੋਰਟ 'ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਹੈ, ਇਸ ਦੀ ਇਹ ਫੈਸਿਲਿਟੀ ਹੁੰਦੀ ਹੈ। ਓਕੇ, ਇਸ ਤੋਂ ਇਲਾਵਾ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਨੂੰ ਚਾਹੀਦਾ ਹੈ ਕੰਟੈਕਟ ਕਰਨਾ ਲੋਕਲ ਟਰਾਂਸਪੋਰਟ ਨਾਲ, ਜਿਹੜੇ ਲੋਕਲ ਟਰਾਂਸਪੋਰਟ ਆਪਰੇਟਰ ਹੁੰਦੇ ਨੇ, ਹੈ ਨਾ। ਤਾਂ ਉਸ ਲਈ ਉਹ ਜਾਣੀ ਕਿ ਉਹ ਵਹੀਕਲਸ ਨੂੰ ਜਿੱਦਾਂ ਰੈਂਟ 'ਤੇ ਲੈਂਦੇ ਨੇ ਤਾਂ ਇੰਟਾਇਰ ਟੂਰ ਕਰਵਾਉਂਦੇ ਨੇ ਆਪਣਾ, ਠੀਕ ਹੈ। ਉਸ ਤੋਂ ਇਲਾਵਾ ਇਸ ਦੇ ਚਾਰਜਸ ਵੀ ਹੁੰਦੇ ਨੇ, ਜਿੱਦਾਂ ਡਰਾਈਵਰਸ ਦਾ ਵੱਖਰਾ ਚਾਰਜ ਹੁੰਦਾ ਹੈ, ਪਾਰਕਿੰਗ ਚਾਰਜਸ ਲੱਗਦੇ ਨੇ, ਟੋਲ ਟੈਕਸਿਸ ਵਗੈਰਾ ਲੱਗਦੇ ਨੇ। ਅਤੇ ਇਸ ਤੋਂ ਇਲਾਵਾ ਵਹੀਕਲਸ ਏਸੀ ਵੀ ਹੁੰਦੇ ਨੇ ਅਤੇ ਨੋਨ ਏਸੀ ਵੀ ਹੁੰਦੇ ਨੇ। ਉਹ ਹੁੰਦਾ ਹੈ ਅਕੋਰਡਿੰਗ ਟੂ ਟੂਰ ਪੈਕੇਜ, ਆਪਣਾ ਟੂਰ ਪੈਕੇਜ ਕਿੰਨਾ ਮਹਿੰਗਾ ਜਾਂ ਸਸਤਾ ਹੈ ਉਸ ਦੇ ਅਕੋਰਡਿੰਗ ਹੀ ਵਹੀਕਲਸ ਏਸੀ ਔਰ ਨੋਨ ਏਸੀ ਹੁੰਦੇ ਨੇ। ਹਾਂਜੀ, ਕਰੂਜ਼ ਹੁੰਦਾ ਹੈ ਸਮੁੰਦਰੀ ਆਵਾਜਾਈ ਲਈ, ਸਮੁੰਦਰੀ ਟੂਰਿਜ਼ਮ ਲਈ ਬਣਿਆ। ਅਗਰ ਕੋਈ ਯਾਨੀ ਕਿ ਅੱਜ ਕੱਲ੍ਹ ਸਮੁੰਦਰੀ ਆਵਾਜਾਈ ਦਾ, ਸਮੁੰਦਰੀ ਟੂਰਿਜ਼ਮ ਦਾ ਵੀ ਬਹੁਤ ਜ਼ਿਆਦਾ ਰੁਝਾਨ ਲੋਕਾਂ ਦੇ ਵਿੱਚ ਹੋ ਗਿਆ ਹੈ। ਇਹ ਹੁੰਦਾ ਹੈ ਜਿੱਦਾਂ 3 ਤੋਂ ਲੈ ਕੇ 5 ਦਿਨਾਂ ਦਾ ਇੱਕ ਪੈਕੇਜ ਹੁੰਦਾ ਹੈ ਕਰੂਜ਼ ਦਾ। ਇਸ ਕਰੂਜ਼ ਉੱਪਰ ਵੀ ਡਿਫਰੈਂਟ ਕੈਟਾਗਰੀਜ਼ ਦੇ ਰੂਮਸ ਹੁੰਦੇ ਨੇ, ਕੈਬਨਸ ਹੁੰਦੇ ਨੇ ਅਤੇ ਬੋਰਡ ਫੈਸਿਲਿਟੀਜ਼ ਹੁੰਦੀਆਂ ਨੇ। ਇਹ ਇੱਕ ਜਿੱਦਾਂ ਆਪਾਂ ਕਹਿ ਸਕਦੇ ਹਾਂ ਟੂਰ ਪੈਕੇਜ ਹੀ, ਮਤਲਬ ਟੂਰ ਪੈਕੇਜ ਦਾ ਇੱਕ ਹਿੱਸਾ ਹੀ ਹੁੰਦਾ ਹੈ ਕਰੂਜ਼ ਵੀ। ਔਰ ਇਸ ਦੇ ਲਈ ਹੋਰ ਕੀ ਕੀ ਚੀਜ਼ਾਂ ਚਾਹੀਦੀਆਂ ਨੇ, ਜਿੱਦਾਂ ਜੇ ਆਪਾਂ ਕਰੂਜ਼ 'ਤੇ ਆਪਾਂ ਟੂਰਿਜ਼ਮ ਕਰਨਾ ਹੈ ਤਾਂ ਉਹਦੇ ਲਈ ਕੀ ਹੋਣਾ ਚਾਹੀਦਾ ਹੈ, ਇੰਗਲਿਸ਼ ਸਪੀਕਿੰਗ ਔਰ ਫੋਰਨ ਲੈਂਗੁਏਜ ਸਪੀਕਰ ਹੋਣਾ ਚਾਹੀਦਾ ਹੈ। ਜਿੱਦਾਂ ਇੰਗਲਿਸ਼ ਇੱਕ ਇੰਟਰਨੈਸ਼ਨਲ ਲੈਂਗੁਏਜ ਆ। ਇਸ ਤੋਂ ਇਲਾਵਾ ਅਗਰ ਮੰਨੋ ਆਪਾਂ ਫਰਾਂਸ ਦੇ ਵਿੱਚ ਘੁੰਮਣਾ ਚਾਹੁੰਦੇ ਹਾਂ ਤਾਂ ਉੱਥੋਂ ਦਾ ਜਿਹੜਾ ਟੂਰ ਗਾਈਡ ਹੈ ਉਸਨੂੰ ਫਰੈਂਚ ਆਉਣੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਜਿਸ ਜਗ੍ਹਾ ਉੱਪਰ ਆਪਾਂ ਘੁੰਮਣਾ ਚਾਹੁੰਦੇ ਹਾਂ ਉਸ ਦਾ ਆਪਾਂ ਨੂੰ ਜੋ ਟੂਰ ਗਾਈਡ ਹੁੰਦਾ ਹੈ ਉਸ ਜਗ੍ਹਾ ਉੱਪਰ ਆਪਾਂ ਨੂੰ ਉਸਦੀ ਲੈਂਗੁਏਜ ਤਾਂ ਪਰ ਉਸਨੂੰ ਇੰਗਲਿਸ਼ ਦੇ ਵਿੱਚ, ਅਗਰ ਉਹ ਇੰਗਲਿਸ਼ ਵੀ ਜਾਣਦਾ ਹੋਵੇ ਤਾਂ ਮੱਚ ਬੈਟਰ ਹੁੰਦੀ ਹੈ, ਕਿਉਂਕਿ ਇੰਗਲਿਸ਼ ਇੱਕ ਇੰਟਰਨੈਸ਼ਨਲ ਲੈਂਗੁਏਜ ਆ ਜੋ ਕਿ ਸਾਰੀਆਂ ਕੰਟਰੀਜ਼ ਦੇ ਵਿੱਚ ਚੱਲਦੀ ਹੈ, ਜਿਸ ਨੂੰ ਕਿ ਸਾਰੀਆਂ ਕੰਟਰੀਜ਼ ਦੇ ਲੋਕ, ਸਾਰੇ ਸੰਸਾਰ ਦੇ ਲੋਕ ਸਮਝ ਸਕਦੇ ਨੇ। ਹਾਂਜੀ, ਮਿਸਲੈਨੀਅਸ ਦਾ ਮੀਨਿੰਗ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ। ਇਸ ਦਾ ਮਤਲਬ ਹੁੰਦਾ ਹੈ ਕਾਫੀ ਸਾਰੀਆਂ ਬਾਕੀ ਚਾਰਜਸ ਜੋ ਕਿ ਇੱਕ ਜਿਹਨਾਂ ਦਾ ਇੱਕ ਸਪੈਸ਼ਲ ਗਰੁੱਪ ਨਹੀਂ ਬਣਿਆ ਹੁੰਦਾ, ਹੈ ਨਾ, ਜਿਹਨਾਂ ਨੂੰ ਕਹਿ ਸਕਦੇ ਆਪਾਂ ਰਲਿਆ ਮਿਲਿਆ, ਜਿਸ ਨੂੰ ਕਹਿ ਸਕਦੇ ਰਲਿਆ ਮਿਲਿਆ। ਜਿੱਦਾਂ ਇੰਟਰੈਂਸ ਫੀਸ ਹੁੰਦੀ ਹੈ, ਬਹੁਤ ਸਾਰੇ ਇੱਦਾਂ ਦੇ ਮਿਊਜ਼ੀਅਮ ਹੁੰਦੇ ਨੇ, ਹਿਸਟੋਰੀਕਲ ਫੋਰਟਸ ਹੁੰਦੇ ਨੇ, ਹੈ ਨਾ, ਇਤਿਹਾਸਿਕ ਕਿਲੇ, ਮਹਿਲ, ਚਰਚ ਦਾ ਅਜਾਇਬ ਘਰ ਜੋ ਆਪਾਂ ਕਹਿ ਸਕਦੇ ਹਾਂ, ਜਿਹੜੇ ਕਿ ਜਿੱਥੇ ਕਿ ਐਂਟਰੀ ਫੀਸ ਲੱਗਦੀ ਹੈ। ਉੱਥੇ ਆਪਾਂ ਨੂੰ ਐਂਟਰੀ ਕਰਨ ਤੋਂ ਪਹਿਲਾਂ ਉਸ ਜਗ੍ਹਾ 'ਤੇ ਇੱਕ ਫੀਸ ਦੇਣੀ ਪੈਂਦੀ ਹੈ। ਬਹੁਤ ਸਾਰੇ ਕਿਲੇ ਇੱਦਾਂ ਦੇ ਹੁੰਦੇ ਨੇ, ਮਹਿਲ ਇੱਦਾਂ ਦੇ ਹੁੰਦੇ ਨੇ, ਬਹੁਤ ਸਾਰੇ ਫ੍ਰੀ ਆਫ ਕਾਸਟ ਵੀ ਹੁੰਦੇ ਨੇ ਅਤੇ ਬਹੁਤ ਜ਼ਿਆਦਾ ਇੱਦਾਂ ਦੇ ਹੁੰਦੇ ਜਿੱਥੇ ਆਪਾਂ ਨੂੰ ਇੱਕ ਐਂਟਰੀ ਫੀਸ ਦੇਣੀ ਪੈਂਦੀ। ਉਸ ਤੋਂ ਇਲਾਵਾ ਉਹਨਾਂ ਥਾਵਾਂ ਉੱਪਰ, ਉਹਨਾਂ ਕਿਲਿਆਂ, ਇਤਿਹਾਸਿਕ ਕਿਲਿਆਂ ਦੇ ਉੱਪਰ ਕਈ ਕਿਲੇ ਇੱਦਾਂ ਦੇ ਹੁੰਦੇ ਜਿੱਥੇ ਸੱਭਿਆਚਾਰਕ ਸ਼ੋਅ ਹੁੰਦੇ ਨੇ ਸ਼ਾਮ ਦੇ ਸਮੇਂ ਦੇ ਵਿੱਚ। ਤਾਂ ਉਹਨਾਂ ਸੱਭਿਆਚਾਰਕ ਅਗਰ ਸ਼ੋਅ ਆਪਾਂ ਦੇਖਣਾ ਚਾਹੁੰਦੇ ਹਾਂ, ਕਲਚਰਲ ਸ਼ੋਅ, ਤਾਂ ਉਹਦੇ ਲਈ ਵੀ ਆਪਾਂ ਨੂੰ ਇੱਕ ਐਕਸਟਰਾ ਜੋ ਹੁੰਦੀ ਹੈ ਇੱਕ ਫੀਸ ਨਾ ਉਹ ਦੇਣੀ ਪੈਂਦੀ ਹੈ। ਉਹ ਵੀ ਇੱਕ ਪੈਕੇਜ ਦਾ ਹੀ ਹਿੱਸਾ ਹੁੰਦੀ, ਯਾਨੀ ਕਿ ਟੂਰ ਪੈਕੇਜ ਦਾ ਹਿੱਸਾ ਹੁੰਦਾ ਹੈ। ਇਸ ਤਰ੍ਹਾਂ ਦੇ ਜੋ ਕਹਿ ਸਕਦੇ ਹਾਂ ਆਪਾਂ ਮਿਸਲੈਨੀਅਸ। ਹਾਂਜੀ, ਡਿਜ਼ਰਟ ਸਫਾਰੀ, ਜਿੱਦਾਂ ਆਪਾਂ ਮਾਰੂਥਲ ਦੇ ਵਿੱਚ ਡਿਜ਼ਰਟ ਸਫਾਰੀ ਕਰਨੀ ਹੈ ਤਾਂ ਉੱਥੇ ਕੈਮਲਸ ਵਗੈਰਾ ਹੁੰਦੇ ਨੇ, ਉਹ ਵੀ ਰੈਂਟ 'ਤੇ ਹੁੰਦੇ ਨੇ। ਉੱਥੋਂ ਦੇ ਲੋਕਲ ਪੀਪਲ ਹੁੰਦੇ ਉਹਨਾਂ ਦੁਆਰਾ ਜਾਣੀ ਕਿ ਡੈਜ਼ਰਟ ਸਫਾਰੀ ਕਰਵਾਈ ਜਾਂਦੀ ਹੈ। ਜ਼ਿਆਦਾਤਰ ਆਪਾਂ ਦੇਖਿਆ ਹੋਵੇਗਾ ਕਈ ਟੂਰਿਸਟ ਜਿੱਦਾਂ ਫੋਰਨਰ ਹੁੰਦੇ ਨੇ ਉਦੋਂ ਡੈਜ਼ਰਟ ਸਫਾਰੀ ਦਾ ਕਾਫੀ ਇੰਜੋਏ ਕਰਦੇ ਨੇ ਉਹ ਉਹਦਾ ਕੈਮਲਸ ਉੱਪਰ, ਹੈ ਨਾ। ਤਾਂ ਉਹਦੇ ਲਈ ਵੀ ਇੱਕ ਐਕਸਟਰਾ ਫੀਸ ਹੁੰਦੀ ਨੇ, ਐਕਸਟਰਾ ਜੋ ਕਹਿ ਸਕਦੇ ਹਾਂ ਚਾਰਜਸ ਲੱਗਦੇ ਨੇ, ਉਹ ਵੀ ਇੱਕ ਕੋਸਟ ਦੇ ਵਿੱਚ ਹੀ, ਯਾਨੀ ਕਿ ਟੂਰ ਕੋਸਟ ਦੇ ਵਿੱਚ ਹੀ ਆ ਜਾਂਦੇ ਨੇ। ਉਸ ਤੋਂ ਬਾਅਦ ਟੋਲ ਟੈਕਸਿਸ ਹੁੰਦੇ ਨੇ, ਹੈ ਨਾ, ਪੋਰਟੇਜ ਵਗੈਰਾ, ਜਿੱਦਾਂ ਉਹ ਪਿਕਚਰਸ ਵਗੈਰਾ ਹੁੰਦੀਆਂ ਕਿਸੇ ਅਜਾਇਬ ਘਰ ਦੇ ਵਿੱਚ, ਉਹਨਾਂ ਨੂੰ ਦੇਖਣ 'ਤੇ ਵੀ ਇੱਕ ਸਪੈਸ਼ਲ ਟਿਕਟ ਲੱਗੀ ਹੁੰਦੀ ਹੈ। ਅਗਰ ਉਹ ਸਪੈਸ਼ਲ ਖਾਸ ਤਰ੍ਹਾਂ ਦੀਆਂ ਆਪਾਂ ਤਸਵੀਰਾਂ ਦੇਖਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਇੱਕ ਐਕਸਟਰਾ ਪੇ ਕਰਨੀ ਪੈਂਦੀ ਹੈ ਉਹਨਾਂ ਚੀਜ਼ਾਂ ਲਈ ਵੀ। ਉਹ ਸਭ ਕੀ ਹੁੰਦਾ ਮਿਸਲੈਨੀਅਸ ਦਾ ਹਿੱਸਾ ਹੁੰਦੇ ਨੇ। ਇਹ ਸਭ ਜੋ ਮਿਸਲੈਨੀਅਸ ਆ ਉਹ ਵੀ ਯਾਨੀ ਕਿ ਟੂਰ ਕੋਸਟ ਦਾ ਬਹੁਤ ਹੀ ਇੰਪੋਰਟੈਂਟ ਹਿੱਸਾ ਹੁੰਦੀ ਹੈ। ਹਾਂਜੀ, ਉਸ ਤੋਂ ਇਲਾਵਾ ਆ ਗਿਆ ਜਿਹੜੇ ਟਰੈਵਲ ਏਜੰਟਸ ਹੁੰਦੇ ਇਹਨਾਂ ਦਾ ਕਮਿਸ਼ਨ ਹੁੰਦਾ ਹੈ ਟੂਰ ਆਪਰੇਟਰਸ ਨਾਲ। ਜਿੱਦਾਂ ਹੁਣ ਟੂਰ ਆਪਰੇਟਰਸ ਹੁੰਦੇ ਨੇ, ਜੋ ਟੂਰ ਆਪਰੇਟਰ ਦਾ ਕੰਮ ਹੁੰਦਾ ਇੱਕ ਟੂਰ ਪੈਕੇਜ ਤਿਆਰ ਕਰਨਾ। ਉਸ ਤੋਂ ਬਾਅਦ ਉਹ ਪੈਕੇਜ ਤਿਆਰ ਕਰਕੇ ਜੋ ਕਿ ਟਰੈਵਲ ਏਜੰਟ ਨੂੰ ਸੇਲ ਕਰ ਦਿੰਦੇ ਨੇ ਆਪਣਾ ਯਾਨੀ ਕਿ ਕਮਿਸ਼ਨ ਰੱਖ ਕੇ 10-15-20 ਜਿੰਨਾ ਵੀ ਉਹਨਾਂ ਦਾ 10-15-20% ਜੋ ਕਮਿਸ਼ਨ ਹੁੰਦਾ ਹੈ ਆਪਣਾ। ਉਸ ਤੋਂ ਬਾਅਦ ਯਾਨੀ ਕਿ
ਉਹ ਟੂਰ ਪੈਕੇਜ ਲੋਕਾਂ ਦੇ ਵਿੱਚ ਸੇਲ ਕੀਤਾ ਜਾਂਦਾ ਹੈ ਟਰੈਵਲ ਏਜੰਟ ਦੁਆਰਾ, ਜਾਣੀ ਕਿ ਟੂਰ ਆਪਰੇਟਰ ਉਸ ਨੂੰ ਬਣਾਉਂਦਾ ਹੈ ਔਰ ਟਰੈਵਲ ਏਜੰਟ ਜੋ ਹੈ ਇੱਕ ਸੇਲ ਕਰਦਾ ਹੈ। ਜਾਣੀ ਕਿ ਟੂਰ ਆਪਰੇਟਰ ਔਰ ਟਰੈਵਲ ਏਜੰਟ ਇੱਕ ਮਿਡਲਮੈਨ ਹੁੰਦਾ ਹੈ ਟੂਰ ਆਪਰੇਟਰ ਅਤੇ ਆਮ ਲੋਕਾਂ ਦੇ ਵਿੱਚ ਟੂਰ ਪੈਕੇਜ ਨੂੰ ਪਹੁੰਚਾਉਣ ਦੇ ਵਿੱਚ। ਇਸ ਤਰ੍ਹਾਂ ਉਹਨਾਂ ਦੇ ਆਪੋ ਆਪਣੇ ਜੋ ਕਿ ਕਮਿਸ਼ਨਸ ਬਣਾਏ ਹੁੰਦੇ ਨੇ ਜੋ ਟੂਰ ਕਾਸਟਿੰਗ ਹੁੰਦੀ ਹੈ ਉਹਦੇ ਅਕੋਰਡਿੰਗ ਹੀ। ਹਾਂਜੀ, ਇਸ ਤਰ੍ਹਾਂ ਇੱਕ ਡਾਕੂਮੈਂਟ ਹੁੰਦਾ ਹੈ, ਡਾਕੂਮੈਂਟ ਜੋ ਕਿ ਕਾਸਟ ਸ਼ੀਟ ਕਹਿੰਦੇ ਆ, ਜਿਹਦੇ ਵਿੱਚ ਪੂਰੀ ਉਹ ਪੈਕੇਜ ਟੂਰ ਦੀ ਜਿੰਨਾ ਵੀ ਟੂਰ ਪੈਕੇਜ 'ਤੇ ਖਰਚਾ ਆਉਂਦਾ ਉਹ ਇੱਕ ਸੀਟ 'ਤੇ ਹੁੰਦਾ, ਉਹਦਾ ਪੂਰਾ ਉਹ ਇੱਕ ਮੁੱਲ ਲਿਖਿਆ ਹੁੰਦਾ ਵੀ ਹਰ ਇੱਕ ਚੀਜ਼ ਦਾ, ਅਕੋਮੋਡੇਸ਼ਨ ਦਾ, ਟਰਾਂਸਪੋਰਟ ਦਾ, ਸਾਈਟ ਸੀਇੰਗ ਦਾ ਔਰ ਮਿਸਲੈਨੀਅਸ ਦਾ, ਉਹ ਸਾਰਾ ਖਰਚਾ ਇਕੱਠਾ ਕਰਕੇ ਉਹ ਇੱਕ ਦਾ ਕਾਸਟ ਸ਼ੀਟ ਬਣਾਉਂਦੇ ਨੇ, ਜਿਸ ਉੱਪਰ ਕਿ ਪੂਰੀ ਟੂਰ ਦੀ ਇੱਕ ਕੀਮਤ ਮਤਲਬ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਇਸ ਟੂਰ ਦੀ ਕਿੰਨੀ ਕੀਮਤ ਹੋਵੇਗੀ। ਹਾਂਜੀ, ਇਹ ਸੀ ਮਤਲਬ ਪੈਕੇਜ ਟੂਰ ਦੀ ਕੀਮਤ ਦਾ ਟੌਪਿਕ, ਔਰ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਥੈਂਕ ਯੂ।